ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਜੀਕੇ ਟਿਪਸ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੀ ਟ੍ਰੈਕ ਪਲੱਸ ਪੀ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੇ ਲਈ ਮੋਸਟ ਰਿਪੀਟਡ ਜਰਨਲ ਅਵੇਅਰਨੈਸ ਦੇ ਕੁਐਸਚਨ ਲਗਭਗ ਇਸ ਟਾਈਪ ਦੇ ਕੁਐਸਚਨ ਹੀ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਇਸ ਵੀਡੀਓ ਦੇ ਵਿੱਚ ਆਪਾਂ ਉਹ ਕੁਐਸਚਨ ਕਵਰ ਕਰਾਂਗੇ ਜੋ ਪਹਿਲਾਂ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਏ ਹੋਏ ਨੇ ਜਾਂ ਆ ਸਕਦੇ ਨੇ। ਸੋ ਵਿਦਆਊਟ ਵੇਸਟਿੰਗ ਟਾਈਮ ਲੈਟ ਅਸ ਸਟਾਰਟ। ਫਸਟ ਹੈ ਆਪਣੇ ਕੋਲੇ ਕੁਐਸਚਨ which of the following two rivers flow towards the west while the rest of Indian rivers flow towards the east। ਤੁਸੀਂ ਇਹ ਦੱਸਣਾ ਹੈ ਵੀ ਭਾਰਤ ਦੀਆਂ ਇਹਨਾਂ ਵਿੱਚੋਂ ਕਿਹੜੀਆਂ ਦੋ ਨਦੀਆਂ ਨੇ ਜਿਹੜੀਆਂ ਪੱਛਮ ਵੱਲ ਵਗਦੀਆਂ ਨੇ ਜਦ ਕਿ ਬਾਕੀ ਸਾਰੀਆਂ ਪੂਰਬ ਵੱਲ ਵਗਦੇ ਨੇ। ਇੰਡੀਆ ਦੇ ਵਿੱਚ ਦੋ ਇਸ ਤਰ੍ਹਾਂ ਦੀਆਂ ਦੋ ਨਦੀਆਂ ਨੇ ਜਿਹੜੀਆਂ ਕਿ ਪੱਛਮ ਵੱਲ ਵਗਦੀਆਂ ਨੇ। ਉਸ ਦਾ ਰਾਈਟ ਆਨਸਰ ਇਸ ਕੁਐਸਚਨ ਦਾ ਰਾਈਟ ਆਨਸਰ ਆਏਗਾ ਆਪਣੇ ਕੋਲੇ ਨਰਮਦਾ ਤੇ ਤਾਪੀ। ਨਰਮਦਾ ਅਤੇ ਤਾਪੀ ਦੋ ਅਜਿਹੀਆਂ ਨਦੀਆਂ ਨੇ ਜਿਹੜੀਆਂ ਪੱਛਮ ਵੱਲ ਵਗਦੀਆਂ ਨੇ। ਠੀਕ ਹੈ, ਇਹ ਦੋਨੋਂ ਨਦੀਆਂ ਆਪਣਾ ਪਾਣੀ ਕਿਸ ਸੀ ਦੇ ਵਿੱਚ ਗੇਰਦੀਆਂ ਨੇ? ਇਹ ਆ ਜਾਊਗਾ ਅਰੇਬੀਅਨ ਸੀ ਦੇ ਵਿੱਚ ਆਪਣਾ ਪਾਣੀ ਸੁੱਟਦੀਆਂ ਨੇ। ਠੀਕ ਹੈ, ਸੋ ਇਸਦਾ ਰਾਈਟ ਆਨਸਰ ਆ ਗਿਆ ਆਪਣੇ ਕੋਲੇ ਆਪਸ਼ਨ ਨੰਬਰ ਏ ਨਰਮਦਾ ਐਂਡ ਤਾਪੀ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਇਨ ਵਿਚ ਸਟੇਟ ਦਾ ਭਿਲਾਈ ਸਟੀਲ ਪਲਾਂਟ ਸਿਚੁਏਟਡ। ਤੁਸੀਂ ਦੱਸਣਾ ਜਿਹੜਾ ਭਿਲਾਈ ਸਟੀਲ ਪਲਾਂਟ ਇਹ ਕਿਸ ਰਾਜ ਦੇ ਵਿੱਚ ਸਥਿਤ ਹੈ? ਆਪਸ਼ਨ ਨੇ ਛੱਤੀਸਗੜ੍ਹ, ਬਿਹਾਰ, ਗੁਜਰਾਤ ਜਾਂ ਵੈਸਟ ਬੰਗਾਲ। ਤਾਂ ਆਪਣੇ ਕੋਲੇ ਇਸ ਦਾ ਰਾਈਟ ਆਨਸਰ ਬਣੇਗਾ ਆਪਸ਼ਨ ਏ ਛੱਤੀਸਗੜ੍ਹ। ਛੱਤੀਸਗੜ੍ਹ ਦੇ ਵਿੱਚ ਸਥਿਤ ਹੈ ਭਿਲਾਈ ਸਟੀਲ ਪਲਾਂਟ। ਜੇ ਪੁੱਛਿਆ ਜਾਵੇ ਕਿਸ ਦੀ ਮਦਦ ਨਾਲ ਲਗਾਇਆ ਗਿਆ ਸੀਗਾ, ਇਹ ਲਗਾਇਆ ਗਿਆ ਸੀ ਰਸ਼ੀਆ ਦੀ ਮਦਦ ਨਾਲ। ਠੀਕ ਹੈ ਵੀ, ਰਸ਼ੀਆ ਦੀ ਮਦਦ ਨਾਲ ਲਗਾਇਆ ਗਿਆ ਸੀਗਾ ਛੱਤੀਸਗੜ੍ਹ ਦੇ ਵਿੱਚ। ਕਈ ਵਾਰ ਕੁਐਸਚਨ ਐਂ ਪੁੱਛਿਆ ਜਾਂਦਾ ਵੀ ਜਿਹੜਾ ਬੋਕਾਰੋ ਸਟੀਲ ਪਲਾਂਟ ਹੈ ਉਹ ਕਿੱਥੇ ਹੈ? ਉਹ ਹੈਗਾ ਝਾਰਖੰਡ ਦੇ ਵਿੱਚ। ਉਹ ਕਿਸ ਦੀ ਮਦਦ ਨਾਲ ਲਗਾਇਆ ਗਿਆ ਸੀ? ਉਹ ਵੀ ਰਸ਼ੀਆ ਦੇ ਨਾਲ ਲਗਾਇਆ ਗਿਆ ਸੀ। ਠੀਕ ਹੈ, ਜੇ ਪੁੱਛ ਲਏ ਰਾਊਰਕੇਲਾ ਸਟੀਲ ਪਲਾਂਟ ਉਹ ਕਿੱਥੇ ਹੈ? ਉਹ ਕਿੱਥੇ ਹੈ? ਉੜੀਸਾ ਦੇ ਵਿੱਚ। ਉਹ ਕਿਸ ਦੀ ਮਦਦ ਨਾਲ ਲਗਾਇਆ ਗਿਆ ਸੀਗਾ? ਜਰਮਨੀ ਦੀ ਮਦਦ ਨਾਲ। ਠੀਕ ਹੈ, ਇਹ ਸਾਰੇ ਕੁਐਸਚਨ ਤੁਸੀਂ ਨੇ ਯਾਦ ਰੱਖਣੇ ਨੇ। ਇੱਕ ਹੋਰ ਹੈ, ਉਹ ਹੈਗਾ ਦੁਰਗਾਪੁਰ ਸਟੀਲ ਪਲਾਂਟ ਹੈ। ਉਹ ਕਿੱਥੇ ਹੈ? ਵੈਸਟ ਬੰਗਾਲ ਦੇ ਵਿੱਚ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਵੀ ਉਹ ਕਿਸ ਕੰਟਰੀ ਦੀ ਹੈਲਪ ਨਾਲ ਲਗਾਇਆ ਗਿਆ ਸੀ। ਠੀਕ ਹੈ, ਸੋ ਆਪਣੇ ਕੋਲੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ ਛੱਤੀਸਗੜ੍ਹ। ਇਸ ਤੋਂ ਬਾਅਦ ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਹੈ ਬ੍ਰਹਮੋਸ ਇਜ਼। ਤੁਸੀਂ ਦੱਸਣਾ ਵੀ ਬ੍ਰਹਮੋਸ ਕੀ ਹੈ? ਏਅਰ ਟੂ ਏਅਰ ਮਿਸਾਈਲ ਹੈ ਜਾਂ ਲੈਂਡ ਟੂ ਲੈਂਡ ਮਿਸਾਈਲ ਹੈ ਜਾਂ ਅੰਡਰ ਵਾਟਰ ਸੁਪਰਸੋਨਿਕ ਕਰੂਜ਼ ਮਿਸਾਈਲ ਜਾਂ ਆਪਸ਼ਨ ਡੀ ਕੀ ਹੈ? ਲੈਂਡ ਟੂ ਏਅਰ ਮਿਸਾਈਲ ਹੈ। ਤਾਂ ਇਹਦਾ ਆਪਣੇ ਕੋਲ ਰਾਈਟ ਆਨਸਰ ਬਣੂਗਾ ਆਪਸ਼ਨ ਸੀ ਅੰਡਰ ਵਾਟਰ ਸੁਪਰਸੋਨਿਕ ਕਰੂਜ਼ ਮਿਸਾਈਲ। ਠੀਕ ਹੈ, ਇਹ ਇੰਡੀਆ ਅਤੇ ਰਸ਼ੀਆ ਨੇ ਮਿਲ ਕੇ ਬਣਾਈ ਸੀ, ਇੰਡੀਆ ਐਂਡ ਰਸ਼ੀਆ ਨਾਲ। ਠੀਕ ਹੈ, ਇਹ ਦੋਨੇ ਕੰਟਰੀ ਨੇ ਮਿਲ ਕੇ ਇਹ ਬਣਾਈ ਸੀ। ਇਸ ਦੀ ਸਪੀਡ ਕਿੰਨੀ ਹੈ? ਇਸ ਦੀ ਸਪੀਡ ਹੈਗੀ ਹੈ 2.8 ਮੈਕ। 2.8 ਮੈਕ ਕੀ ਇਸ ਦੀ ਸਪੀਡ ਹੈ। ਇਸ ਦਾ ਰਾਈਟ ਆਨਸਰ ਹੋ ਗਿਆ ਆਪਣੇ ਕੋਲੇ ਆਪਸ਼ਨ ਸੀ ਸੁਪਰਸੋਨਿਕ ਕਰੂਜ਼ ਮਿਸਾਈਲ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਹੈ ਬੰਦੇ ਮਾਤਰਮ ਦਾ ਨੈਸ਼ਨਲ ਸੌਂਗ ਆਫ ਇੰਡੀਆ ਹੈਜ਼ ਬੀਨ ਟੇਕਨ ਫਰੋਮ ਬੰਕਿਮ ਚੰਦਰ ਚੈਟਰਜੀ। ਤੁਸੀਂ ਦੱਸਣਾ ਜਿਹੜਾ ਬੰਦੇ ਮਾਤਰਮ ਭਾਰਤ ਦਾ ਰਾਸ਼ਟਰੀ ਗੀਤ ਹੈ ਬਿਕਮ ਚੰਦਰ ਚੈਟਰਜੀ ਦੀ ਕਿਹੜੀ ਲਿਖਤ ਦੇ ਵਿੱਚੋਂ ਲਿਆ ਗਿਆ? ਆਪਸ਼ਨ ਹੈ ਆਪਣੇ ਕੋਲੇ ਕਾਪਲ ਕੁੰਡਲਾ, ਆਨੰਦ ਮਠ ਜਾਂ ਵਿਸ਼ਵ ਬ੍ਰਿਕਸ਼ਾ ਜਾਂ ਦੁਰਗੇਸ਼ ਨੰਦਨੀ। ਤਾਂ ਆਪਣੇ ਕੋਲ ਇਸ ਦਾ ਰਾਈਟ ਆਨਸਰ ਕੀ ਬਣੇਗਾ? ਆਪਸ਼ਨ ਬੀ ਕੀ ਇਸ ਦਾ ਰਾਈਟ ਆਨਸਰ ਆਨੰਦ ਮਠ ਦੇ ਵਿੱਚੋਂ ਲਿਆ ਗਿਆ ਬੰਦੇ ਮਾਤਰਮ। ਸੋ ਚੱਲਦੇ ਹਾਂ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਆਪਣੇ ਕੋਲੇ ਐਂਟੀ ਟੈਰਰਿਜ਼ਮ ਡੇ ਇਜ਼ ਐਸੋਸੀਏਟਡ ਵਿਦ ਡੈਥ ਐਨੀਵਰਸਰੀ ਆਫ ਵਿਚ ਆਫ ਦਾ ਫੋਲੋਇੰਗ ਫਾਰਮਰ ਪ੍ਰਾਈਮ ਮਿਨਿਸਟਰ। ਤੁਸੀਂ ਦੱਸਣਾ ਜਿਹੜਾ ਐਂਟੀ ਟੈਰਰਿਜ਼ਮ ਡੇ ਹੈ ਉਹ ਸੈਲੀਬ੍ਰੇਟ ਪਹਿਲਾਂ ਕਦੋਂ ਕੀਤਾ ਜਾਂਦਾ? ਉਹ ਕੀਤਾ ਜਾਂਦਾ 21 ਮਈ ਨੂੰ। ਠੀਕ ਹੈ, 21 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਐਂਟੀ ਟੈਰਰਿਜ਼ਮ ਡੇ। ਤੁਸੀਂ ਦੱਸਣਾ ਉਸ ਦਿਨ ਕਿਸ ਦੀ ਡੈਥ ਐਨੀਵਰਸਰੀ ਹੁੰਦੀ ਹੈ, ਉਹ ਕਿਸ ਫਾਰਮਰ ਪ੍ਰਾਈਮ ਮਿਨਿਸਟਰ ਦੀ? ਤਾਂ ਆਪਸ਼ਨ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ ਜਾਂ ਲਾਲ ਬਹਾਦਰ ਸ਼ਾਸਤਰੀ ਜਾਂ ਅਟਲ ਬਿਹਾਰੀ ਵਾਜਪੇਈ। ਤਾਂ ਇਸ ਦਾ ਰਾਈਟ ਆਨਸਰ ਬਣੇਗਾ ਆਪਣੇ ਕੋਲੇ ਆਪਸ਼ਨ ਬੀ ਕੀ ਇਸ ਦਾ ਰਾਈਟ ਆਨਸਰ ਰਾਜੀਵ ਗਾਂਧੀ ਦੀ ਉਸ ਦਿਨ ਡੈਥ ਐਨੀਵਰਸਰੀ ਸੀ। ਠੀਕ ਹੈ, ਇਸ ਤੋਂ ਬਾਅਦ ਮੀਨਜ਼ ਰਾਜੀਵ ਗਾਂਧੀ ਦੀ ਡੈਥ ਐਨੀਵਰਸਰੀ ਨਾਲ ਰਿਲੇਟਡ ਹੈ ਐਂਟੀ ਟੈਰਰਿਜ਼ਮ ਡੇ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਹੈ ਕਹਿੰਦਾ ਹੂ ਪਰਫੋਰਮਸ ਦਾ ਫੰਕਸ਼ਨ ਆਫ ਪ੍ਰੈਸੀਡੈਂਟ ਐਂਡ ਵਾਈਸ ਪ੍ਰੈਸੀਡੈਂਟ ਇਫ ਬੋਥ ਦਾ ਆਫਿਸ ਆਫ ਪ੍ਰੈਸੀਡੈਂਟ ਐਂਡ ਵਾਈਸ ਪ੍ਰੈਸੀਡੈਂਟ ਆਰ ਵੈਕੈਂਟ। ਮੀਨਸ ਕੁਐਸਚਨ ਦੇ ਵਿੱਚ ਕੀ ਪੁੱਛਦੇ ਨੇ, ਕਹਿੰਦੇ ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰੀ ਦੇ ਕਾਰਜ ਕੌਣ ਕਰਦਾ? ਜੇ ਮੰਨ ਲਓ ਰਾਸ਼ਟਰਪਤੀ ਵੀ ਨਹੀਂ ਹੈਗਾ, ਉਪ ਰਾਸ਼ਟਰਪਤੀ ਦੋਵੇਂ ਅਹੁਦੇ ਖਾਲੀ ਨੇ। ਠੀਕ ਹੈ, ਫਿਰ ਉਸ ਦੀ ਜਗ੍ਹਾ 'ਤੇ ਕੌਣ ਆਏਗਾ? ਪ੍ਰਾਈਮ ਮਿਨਿਸਟਰ ਆਏਗਾ ਜਾਂ ਲੋਕ ਸਭਾ ਸਪੀਕਰ ਜਾਂ ਦਾ ਹੋਮ ਮਿਨਿਸਟਰ ਜਾਂ
द चीफ जस्टिस ऑफ इंडिया। तो इसका राइट आंसर बनेगा अपने को ऑप्शन डी, द चीफ जस्टिस ऑफ इंडिया उसकी थां ते आ जाएगा। ठीक है, जे अपने को जे वाइस प्रैसीडेंट या प्रैसीडेंट नहीं है, ਜਾਂ क्वेश्चन ਐਵੇਂ भी आ सकता है, सपोज करो भी ਪ੍ਰੈਸੀਡੈਂਟ भी नहीं है, वाइस ਪ੍ਰੈਸੀਡੈਂਟ भी नहीं है, चीफ जस्टिस ऑफ इंडिया भी नहीं है, तो उसकी जगह पर कौन आना होंगे, फिर जो सुप्रीम कोर्ट का सीनियर मोस्ट जज होंगे, ठीक है, सीनियर मोस्ट जज वो उसकी जगह पर आ जाता होंगे। ठीक है, इस तो बाद चलते हैं नैक्सट क्वेश्चन। नैक्सट है 3 लैवल्स ऑफ गवर्नमेंट ऑफ इंडिया आर। ਆਪਾਂ ਨੇ ਦੱਸਣਾ ਹੈ ਭਾਰਤ ਸਰਕਾਰ ਦੇ 3 ਲੈਵਲ ਕਿਹੜੇ ਕਿਹੜੇ ਨੇ। इसका राइट आंसर की बनेगा, देखो ऑप्शन ने सेंटर स्टेट लोकल, या सेंटर स्टेट अर्बन आएगा, या सेंटर स्टेट रूरल आएगा, या सेंटर या प्रेसिडेंट सेंटर स्टेट आएगा। इसका अपने को राइट आंसर बनेगा ऑप्शन ए सेंटर स्टेट लोकल। तो अपने को राइट आंसर आ जाएगा ऑप्शन ए सेंटर स्टेट लोकल। इस तो बाद चलते हैं नैक्सट क्वेश्चन के उपर। हू मंग द फॉलोइंग वन द इंटरनेशनल बुकर प्राइज़ 2021 फॉर द बुक एट नाइट ऑल ब्लड इज़ ब्लैक। ਆਪਾਂ ਦੱਸਣਾ ਜਿਹੜਾ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਮਿਲਿਆ ਸੀ 2021 ਦੇ ਵਿੱਚ, ਕਿਹੜੀ ਬੁੱਕ ਸੀ, ਐਟ ਨਾਈਟ ਆਲ ਬਲੱਡ ਇਜ਼ ਬਲੈਕ। ਉਸ ਦੇ ਰਾਈਟਰ ਕੌਣ ਸੀਗੇ? ਆਪਸ਼ਨ ਨੇ ਮਾਰੀਕੇ ਲੁਕਾਸ, ਜਾਂ ਡੇਵਿਡ ਡਿਓਪ, ਜਾਂ ਗੀਤਾਂਜਲੀ ਸ਼੍ਰੀ, ਜਾਂ ਡੇਵਿਡ ਗ੍ਰੋਸਮੈਨ। ਤਾਂ ਆਪਣੇ ਕੋਲ ਰਾਈਟ ਆਂਸਰ ਆਏਗਾ ਇਸ ਦਾ ਆਪਸ਼ਨ ਬੀ ਡੇਵਿਡ ਡਿਓਪ ਦੀ ਕੀ ਸੀ ਉਹ ਲਿਖਤ ਸੀਗੀ, ਬੁੱਕ ਸੀ ਐਟ ਨਾਈਟ ਆਲ ਬਲੱਡ ਇਜ਼ ਬਲੈਕ। ਅਗਰ ਇਹ ਤਾਂ ਹੈਗਾ ਸੀ 2021 ਵਾਲਾ, ਜੇ ਉਸਨੂੰ 2022 ਵਾਲਾ ਪੁੱਛੀਏ ਤਾਂ ਉਹ ਬੁੱਕ ਕਿਹੜੀ ਸੀ ਵੀ ਜਿਹਨੂੰ 2022 ਦੇ ਵਿੱਚ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਮਿਲਿਆ, ਉਹ ਸੀਗੀ ਸੈਂਡ ਆਫ ਟੋਮ। ਠੀਕ ਹੈ, ਸੌਰੀ ਟੋਂਬ ਆਫ ਸੈਂਡ। ਠੀਕ ਹੈ, ਇਹ ਵਾਲੀ ਬੁੱਕ ਸੀਗੀ। इसका राइटर कौन सी? इसका राइटर सीगा गीतांजलि श्री। ठीक है, ऑप्शन सी दे विच दिता हुआ गीतांजलि श्री नूं मिलिया सीगा। ठीक है, 2022 वाला द इंटरनेशनल बुकर प्राइज़। ठीक है, किहड़ी बुक सी उन्हां दी? टॉम ऑफ सैंड वास्ते। इस तो बाद चलते हैं नैक्सट क्वेश्चन के उपर। नैक्सट क्वेश्चन है वैसटर्न डिस्टरबेंस रिलेट्स टू। जिहड़ा वैसटर्न डिस्टरबेंस किस नाल संबंधित है? ऑप्शन ने बॉर्डर डिस्प्यूट विद पाकिस्तान, ਜਾਂ ਰਿਓट्स इन वैसटर्न पार्ट ऑफ इंडिया, ਜਾਂ रेन्स ड्यूरिंग विंटर, ਜਾਂ रेन्स ड्यूरिंग मॉनसून। ਤਾਂ ਆਪਣੇ ਕੋਲ ਇਸ ਦਾ ਰਾਈਟ ਆਂਸਰ ਬਣੇਗਾ ਆਪਸ਼ਨ ਸੀ ਰੇਨਸ ਡਿਊਰਿੰਗ ਵਿੰਟਰ। ਜਿਹੜੀ ਸਰਦੀਆਂ ਦੇ ਵਿੱਚ ਵਰਖਾ ਹੁੰਦੀ ਹੈ ਉਹ ਕਿਸ ਦੇ ਕਾਰਨ ਹੁੰਦੀ ਹੈ? ਉਹ ਹੁੰਦੀ ਹੈ ਵੈਸਟਰਨ ਡਿਸਟਰਬੈਂਸ ਦੇ ਕਾਰਨ ਹੁੰਦੀ ਹੈ। ਜ਼ਿਆਦਾਤਰ ਇਹ ਪੰਜਾਬ ਦੇ ਵਿੱਚ ਹੀ ਹੁੰਦੀ ਹੈ। ਠੀਕ ਹੈ, ਸਰਦੀਆਂ ਦੇ ਵਿੱਚ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਆਪਣੇ ਕੋਲੇ ਮੌਂਟਰੀਅਲ ਪ੍ਰੋਟੋਕੋਲ ਇਜ਼ ਰਿਲੇਟਡ ਵਿਦ ਦ ਪ੍ਰੋਟੈਕਸ਼ਨ ਆਫ। ਜਿਹੜਾ ਮੌਂਟਰੀਅਲ ਪ੍ਰੋਟੋਕੋਲ ਸੀਗਾ ਉਹ ਕਿਸ ਦੀ ਸੁਰੱਖਿਆ ਵਾਸਤੇ ਸੀਗਾ? ਆਪਸ਼ਨ ਹੈ ਗ੍ਰੀਨ ਹਾਊਸ ਗੈਸਿਸ, ਜਾਂ ਐਸਿਡ ਰੇਨ, ਜਾਂ ਓਜ਼ੋਨ ਲੇਅਰ, ਜਾਂ ਹੈਗਾ ਐਂਡੇਂਜਰ ਸਪੀਸੀਜ਼। ਤਾਂ ਇਸਦਾ ਰਾਈਟ ਆਂਸਰ ਬਣੇਗਾ ਓਜ਼ੋਨ ਲੇਅਰ। ਓਜ਼ੋਨ ਪਰਤ ਦੀ ਸੁਰੱਖਿਆ ਦੇ ਲਈ ਬਣਾਇਆ ਗਿਆ ਸੀ ਮੌਂਟਰੀਅਲ ਪ੍ਰੋਟੋਕੋਲ। ਠੀਕ ਹੈ, ਤਾਂ ਇਹਦਾ ਰਾਈਟ ਆਂਸਰ ਆ ਜਾਏਗਾ ਆਪਣੇ ਕੋਲ ਆਪਸ਼ਨ ਸੀ ਓਜ਼ੋਨ ਲੇਅਰ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਹੈ ਤਾਨਸੇਨ ਏ ਗ੍ਰੇਟ ਮਿਊਜ਼ੀਸ਼ੀਅਨ ऑफ हिज टाइम वाज द कोर्ट ऑफ। ਆਪਾਂ ਨੇ ਦੱਸਣਾ ਜੋ ਤਾਨਸੇਨ ਮਿਊਜ਼ੀਸ਼ੀਅਨ ਸੀਗਾ ਉਹ ਕਿਸ ਦੇ ਦਰਬਾਰ ਵਿੱਚ ਸਨ? ਆਪਸ਼ਨ ਹੈ ਜਹਾਂਗੀਰ, ਅਕਬਰ, ਸ਼ਾਹਜਹਾਂ, ਜਾਂ ਬਹਾਦਰ ਸ਼ਾਹ। ਉਹ ਤਾਨਸੇਨ ਕਿਸ ਦੀ ਕੋਰਟ ਦੇ ਵਿੱਚ ਸੀਗੇ? ਇਹ ਸੀਗੇ ਅਕਬਰ ਦੇ ਵਿੱਚ। ਠੀਕ ਹੈ, ਆਪਸ਼ਨ ਬੀ ਕੀ ਆ ਜਾਏਗਾ ਇਸ ਦਾ ਰਾਈਟ ਆਂਸਰ। ਇਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲੇ ਦ ਗਦਰ ਵਾਜ਼ ਏ। ਤੁਸੀਂ ਦੱਸਣਾ ਗਦਰ ਸੀ रेवोल्यूशनरी एसोसिएशन ऑफ इंडियंस विद हैडकुआटर्स एट सैन फ्रांसिस्को, ਜਾਂ ਆਪਸ਼ਨ ਬੀ ਨੈਸ਼ਨਲਿਸਟ ਆਰਗੇਨਾਈਜੇਸ਼ਨ ਆਪਰੇਟਿੰਗ ਫਰੋਮ ਸਿੰਗਾਪੁਰ, ਜਾਂ ਸੀ ਆਪਸ਼ਨ ਦੇ ਵਿੱਚ ਕੀ ਹੈ ਨੈਸ਼ਨਲਿਸਟ ਆਰਗੇਨਾਈਜੇਸ਼ਨ ਵਿਦ ਹੈਡਕੁਆਟਰਸ ਐਟ ਬਰਲਿਨ, ਜਾਂ ਕਮਿਊਨਿਸਟ ਮੂਵਮੈਂਟ ਫॉर ਇੰਡੀਆਜ਼ ਫਰੀडम ਵਿਦ ਹੈਡਕੁਆਟਰ ਐਟ ਤਾਸ਼ਕੰਦ। ਤਾਂ ਆਪਣੇ ਕੋਲ ਇਸ ਦਾ ਰਾਈਟ ਆਂਸਰ ਕੀ ਬਣੇਗਾ? ਆਪਸ਼ਨ ਬੀ ਏ ਕੀ ਹੋਏਗਾ ਇਸ ਦਾ ਰਾਈਟ ਆਂਸਰ? ਰੈਵੋਲੂਸ਼ਨਰੀ ਐਸੋਸੀਏਸ਼ਨ ਆਫ ਇੰਡੀਅਨ ਵਿਦ ਹੈਡਕੁਆਟਰਸ ਐਟ ਸੈਨ ਫਰਾਂਸਿਸਕੋ। ਇਹ ਇੱਕ ਰੈਵੋਲੂਸ਼ਨਰੀ ਐਸੋਸੀਏਸ਼ਨ ਸੀਗੀ ਜਿਹਦਾ ਹੈਡਕੁਆਟਰ ਕਿੱਥੇ ਸੀਗਾ? ਸੈਨ ਫਰਾਂਸਿਸਕੋ। ਜੇ ਇਹਦਾ ਪ੍ਰਧਾਨ ਪੁੱਛਿਆ ਜਾਵੇ ਵੀ ਕੌਣ ਸੀਗਾ, ਉਹ ਸੀਗਾ ਸੋਹਣ ਸਿੰਘ, ਬਾਬਾ ਸੋਹਣ ਸਿੰਘ ਭਕਨਾ ਜੀ। ਅਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ? 1912 ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਨੇ ਯਾਦ ਰੱਖਣਾ ਨਾਲ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਹੂ ਵਾਸ ਐਡਵਾਈਜ਼ਰ ਦਾ ਡਰਾਫਟਿੰਗ ਕਮੇਟੀ ਆਫ ਕੌਨਸਟੀਟਿਊਸ਼ਨ ਅਸੈਂਬਲੀ। ਤੁਸੀਂ ਦੱਸਣਾ ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਦਾ ਸਲਾਹਕਾਰ ਕੌਣ ਸੀ? ਆਪਸ਼ਨ ਨੇ ਬੀ ਆਰ ਅੰਬੇਦਕਰ, ਬੀ ਐਨ ਰਾਓ, ਜਾਂ ਸ਼ਿਵਾ ਰਾਓ, ਜਾਂ ਸਚਿਦਾਨੰਦ ਸਿਨਹਾ।
ਤਾਂ ਆਪਣੇ ਕੋਲ ਇਸ ਦਾ ਰਾਈਟ ਆਂਸਰ ਬਣੇਗਾ ਆਪਸ਼ਨ ਬੀ BN ਰਾਓ ਸੀਗੇ ਡਰਾਫਟਿੰਗ ਕਮੇਟੀ ਆਫ ਕੌਂਸਟੀਟਿਊਸ਼ਨ ਅਸੈਂਬਲੀ। ਜੇ ਅਗਰ ਪੁੱਛਦੇ ਹੋ ਵੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ, ਠੀਕ ਹੈ, ਜੇ ਆਪਾਂ ਨੂੰ ਪੁੱਛਿਆ ਜਾਂਦਾ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਤਾਂ ਉਹ ਸੀਗੇ ਡਾਕਟਰ BR ਅੰਬੇਦਕਰ। ਫਿਰ ਉਸ ਦਾ ਰਾਈਟ ਆਂਸਰ ਬਣਨਾ ਸੀ ਇਹ ਵਾਲਾ, ਠੀਕ ਹੈ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਹੈ ਹੌਰਨਬਿਲ ਫੈਸਟੀਵਲ ਇਜ਼ ਸੈਲੀਬ੍ਰੇਟਡ ਇਨ ਵਿਚ ਇੰਡੀਅਨ ਸਟੇਟ। ਤੁਸੀਂ ਦੱਸਣਾ ਜਿਹੜਾ ਹੌਰਨਬਿਲ ਫੈਸਟੀਵਲ ਹੈ ਇਹ ਇੰਡੀਆ ਦੀ ਕਿਸ ਸਟੇਟ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਆਪਸ਼ਨ ਏ ਨਾਗਾਲੈਂਡ, ਛੱਤੀਸਗੜ੍ਹ, ਬਿਹਾਰ ਜਾਂ ਝਾਰਖੰਡ। ਤਾਂ ਇਸ ਦਾ ਰਾਈਟ ਆਂਸਰ ਬਣੇਗਾ ਆਪਣੇ ਕੋਲੇ ਨਾਗਾਲੈਂਡ, ਜੋ ਨਾਗਾਲੈਂਡ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਹੌਰਨਬਿਲ ਫੈਸਟੀਵਲ। ਸੋ ਇਸਦਾ ਰਾਈਟ ਆਂਸਰ ਹੈ ਆਪਸ਼ਨ ਏ ਨਾਗਾਲੈਂਡ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਹੈ ਉਸਤਾਦ ਬਿਸਮਿल्ला ਖਾਨ ਵਾਜ ਏ ਰੈਸੀਪੀਐਂਟ ਆਫ ਭਾਰਤ ਰਤਨ ਇਨ 2001 ਹੀ ਵਾਜ ਐਸੋਸੀਏਸ਼ਨ ਵਿਦ ਵਿਚ ਮਿਊਜ਼ੀਕਲ ਇੰਸਟਰੂਮੈਂਟ। ਤੁਸੀਂ ਦੱਸਣਾ ਹੈ ਜੋ ਉਸਤਾਦ ਬਿਸਮਿल्ला ਖਾਨ ਸੀਗੇ ਇਹਨਾਂ ਨੂੰ ਭਾਰਤ ਰਤਨ, ਪਹਿਲਾਂ ਤਾਂ ਇਹ ਕੁਐਸਚਨ ਬਣ ਸਕਦਾ ਵੀ ਇਹਨਾਂ ਨੂੰ ਭਾਰਤ ਰਤਨ ਕਦੋਂ ਮਿਲਿਆ, ਫਿਰ ਆਂਸਰ ਆ ਜਾਊਗਾ 2001 ਦੇ ਵਿੱਚ। ਆਪਾਂ ਦੱਸਣਾ ਵੀ ਉਹ ਕਿਹੜਾ ਸੰਗੀਤ ਸਾਜ਼ ਵਜਾਉਂਦੇ ਹੁੰਦੇ ਸੀ, ਠੀਕ ਹੈ। ਆਪਸ਼ਨ ਏ ਤਬਲਾ, ਸਤਾਰ, ਸ਼ਹਿਨਾਈ ਜਾਂ ਫਲੂਟ। ਤਾਂ ਇਸ ਦਾ ਰਾਈਟ ਆਂਸਰ ਬਣੇਗਾ ਆਪਣੇ ਕੋਲ ਆਪਸ਼ਨ ਸੀ ਸ਼ਹਿਨਾਈ ਵਾਦਕ ਸੀ, ਠੀਕ ਹੈ, ਉਸਤਾਦ ਬਿਸਮਿल्ला ਖਾਨ ਜੀ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈਗਾ ਨਾ ਬਿਰਜੂ ਮਹਾਰਾਜ ਵਾਜ ਏ ਰੈਸੀਪੀਐਂਟ ਆਫ ਪਦਮ ਵਿਭੂਸ਼ਣ ਇਨ 1986 ਹੀ ਵਾਜ ਐਸੋਸੀਏਟਡ ਵਿਦ ਵਿਚ ਕਲਾਸੀਕਲ ਡਾਂਸ ਆਫ ਇੰਡੀਆ। ਤੁਸੀਂ ਨੇ ਦੱਸਣਾ ਬਿਰਜੂ ਮਹਾਰਾਜ 1986 ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਪ੍ਰਾਪਤ ਸੀਗਾ, ਠੀਕ ਹੈ, ਪ੍ਰਾਪਤ ਹੋਇਆ ਸੀ। ਉਹ ਭਾਰਤ ਦੇ ਕਿਸ ਕਲਾਸੀਕਲ ਨਾਚ ਨਾਲ ਸੰਬੰਧਿਤ ਸੀਗੇ। ਆਪਸ਼ਨ ਏ ਮੋਹਿਨੀਅਟਮ ਜਾਂ ਭਾਰਤਨਾਟਿਅਮ ਜਾਂ ਕੱਥਕ ਕਲੀ। ਤਾਂ ਇਸਦਾ ਰਾਈਟ ਆਂਸਰ ਬਣੇਗਾ ਆਪਸ਼ਨ ਸੀ ਕੱਥਕ ਡਾਂਸ ਨਾਲ ਰਿਲੇਟਡ ਸੀ ਬਿਰਜੂ ਮਹਾਰਾਜ ਜੀ, ਠੀਕ ਹੈ। ਇਹ ਵੀ ਯਾਦ ਰੱਖਣਾ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਸੀਗਾ 1986 ਦੇ ਵਿੱਚ, ਠੀਕ ਹੈ ਵੀ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਵਿਚ ਨੈਸ਼ਨਲ ਪਾਰਕ ਇਨ ਇੰਡੀਆ ਵਾਜ ਵੰਸ ਨਾਉਨ ਐਜ਼ ਹੈਲੇ ਨੈਸ਼ਨਲ ਪਾਰਕ। ਤੁਸੀਂ ਦੱਸਣਾ ਵੀ ਇਹਨਾਂ ਵਿੱਚੋਂ ਕਿਹੜਾ ਨੈਸ਼ਨਲ ਪਾਰਕ ਹੈ ਜਿਸ ਨੂੰ ਹੈਲੇ ਨੈਸ਼ਨਲ ਪਾਰਕ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਸੀ ਪਹਿਲਾਂ, ਠੀਕ ਹੈ, ਬਾਅਦ 'ਚ ਉਸਦਾ ਨਾਮ ਚੇਂਜ ਕਰਤਾ ਸੀ। ਤਾਂ ਆਪਸ਼ਨ ਏ ਬਨੇਰਘੱਟਾ, ਗਿਰ ਨੈਸ਼ਨਲ ਪਾਰਕ, ਕਾन्हा ਨੈਸ਼ਨਲ ਪਾਰਕ ਜਾਂ ਜਿਮ ਕਾਰਬੇਟ ਨੈਸ਼ਨਲ ਪਾਰਕ। ਤਾਂ ਇਸਦਾ ਰਾਈਟ ਆਂਸਰ ਆਪਣੇ ਕੋਲੇ ਬਣੇਗਾ ਆਪਸ਼ਨ ਡੀ ਜਿਮ ਕਾਰਬੇਟ ਨੈਸ਼ਨਲ ਪਾਰਕ ਨੂੰ ਜਾਣਿਆ ਜਾਂਦਾ ਸੀ ਪਹਿਲਾਂ ਹੈਲੇ ਨੈਸ਼ਨਲ ਪਾਰਕ ਦੇ ਨਾਲ, ਠੀਕ ਹੈ। ਇਹ ਵੀ ਪਤਾ ਹੋਣਾ ਚਾਹੀਦਾ ਵੀ ਜਿਹੜੇ ਬਾਕੀ ਨੇ ਬਨੇਰਘੱਟਾ ਕਿੱਥੇ ਨੈਸ਼ਨਲ ਪਾਰਕ, ਇਹ ਹੈਗਾ ਕਰਨਾਟਕ ਦੇ ਵਿੱਚ, ਠੀਕ ਹੈ, ਕਰਨਾਟਕ ਦੇ ਵਿੱਚ, ਕਰਨਾਟਕ। ਅਤੇ ਗਿਰ ਨੈਸ਼ਨਲ ਪਾਰਕ ਹੈਗਾ ਗੁਜਰਾਤ ਦੇ ਵਿੱਚ, ਠੀਕ ਹੈ, ਗੁਜਰਾਤ। ਅਤੇ ਜਿਹੜਾ ਕਾन्हा ਨੈਸ਼ਨਲ ਪਾਰਕ ਹੈ ਇਹ ਕਿੱਥੇ ਹੈ, ਮੱਧ ਪ੍ਰਦੇਸ਼ ਦੇ ਵਿੱਚ, ਠੀਕ ਹੈ, MP ਦੇ ਵਿੱਚ ਸਥਿਤ ਹੈ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਹੂ ਵਾਜ ਦਾ ਫਲੈਗ ਬੀਅਰਰ ਫਰੋਮ ਇੰਡੀਆ ਐਟ ਓਪਨਿੰਗ ਸੈਰੀਮਨੀ ਆਫ ਟੋਕੀਓ ਓਲੰਪਿਕ 2020। ਤੁਸੀਂ ਦੱਸਣਾ ਵੀ ਫਲੈਗ ਬੀਅਰਰ ਕੌਣ ਸੀਗਾ ਟੋਕੀਓ ਓਲੰਪਿਕ 2020 ਦੇ ਵਿੱਚ। ਤਾਂ ਆਪਣੇ ਕੋਲ ਇਹ ਨੇ ਮਨਪ੍ਰੀਤ ਸਿੰਘ ਸੀ ਜਾਂ ਮੈਰੀ ਕਾਮ ਸੀ। ਹੁਣ ਆਪਸ਼ਨ ਨੇ ਵੀ ਇਕੱਲਾ ਮਨਪ੍ਰੀਤ ਸਿੰਘ ਸੀ ਜਾਂ ਮੈਰੀ ਕਾਮ ਸੀ ਜਾਂ ਦੋਨੋਂ ਸੀ ਜਾਂ ਇਹਨਾਂ ਵਿੱਚ ਕੋਈ ਨਹੀਂ। ਤਾਂ ਇਹਦਾ ਰਾਈਟ ਆਂਸਰ ਬਣੇਗਾ ਆਪਣੇ ਕੋਲ ਆਪਸ਼ਨ ਸੀ ਬੋਥ 1 ਐਂਡ 2। ਮਨਪ੍ਰੀਤ ਸਿੰਘ ਐਂਡ ਮੈਰੀ ਕਾਮ ਸੀ, ਠੀਕ ਹੈ। ਮਨਪ੍ਰੀਤ ਸਿੰਘ ਕਿਸ ਗੇਮ ਨਾਲ ਰਿਲੇਟਡ ਨੇ, ਹਾਕੀ ਦੇ ਨਾਲ, ਠੀਕ ਹੈ। ਮੈਰੀ ਕਾਮ ਇਹ ਕੀ ਹੈ, ਬਾਕਸਿੰਗ ਨਾਲ ਰਿਲੇਟਡ ਹੈ, ਠੀਕ ਹੈ। ਸੋ ਇਹ ਸੀਗੇ ਸਾਰੇ ਆਪਣੇ ਕੁਐਸਚਨ ਜਨਰਲ ਅਵੇਅਰਨੈਸ ਦੇ। ਹੋਪ ਹੈ ਇਹ ਸਾਰੇ ਕੁਐਸਚਨ ਤੁਹਾਨੂੰ ਕਲੀਅਰ ਹੋਏ ਹੋਣਗੇ।